ਨਿਰਮਲੇ ਸਾਧੂਆਂ ਨਾਲ ਜਾ ਰਹੇ ਸੀ ਅਮਰਨਾਥ। ਬਹੁਤ ਪੁਰਾਣੀ ਗੱਲ, ਗਾਲਬਨ ਮੈਂ 40 ਸਾਲ ਤੇ ਅੰਦਾਜ਼ਾ ਹੋ ਗਿਆ। ਰਸਤੇ 'ਚ ਪਿੱਸੂ ਘਾਟੀ ਆਂਦੀਓ ਮੈਂ ਅਬੂਰ ਕੀਤੀ ਚੜ੍ਹੇ ਤੇ ਸ਼ੇਸ਼ਨਾਗ ਤੱਕ ਪਹੁੰਚੇ। ਇਹ ਪਿੰਡਾ ਕੋਈ 20-22 ਮੀਲ ਦਾ ਸੀ ਤੇ ਥੱਕ ਕੇ ਚੂਰ ਹੋ ਗਿਆ। ਰਾਤ ਉੱਥੇ ਕੱਟਣੀ ਸੀ, ਪਰ ਰਾਤ ਨੀਂਦ ਨਾ ਆਵੇ। ਠੰਡ, ਬੜੀ ਭਿਅੰਕਰ ਠੰਡ। ਕਸ਼ਮੀਰ ਗੌਰਮੈਂਟ ਨੇ ਸਿਰਫ ਖੈਮੇ ਬਣਾਏ ਹੋਏ ਸਨ ਰਾਈਆਂ ਵਾਸਤੇ, ਕਿਰਾਏ ਤੇ ਮਿਲਦੇ ਸਨ ਤੰਬੂ। ਤੰਬੂ ਵਿੱਚ ਨੀਂਦ ਨਾ ਆਵੇ। ਠੰਡ, ਭਾਵੇਂ ਕੱਪੜੇ ਸਾਰੇ ਮੈਂ ਗਰਮ ਪਾਏ ਹੋਏ, 2-2 ਸਵੈਟਰਾਂ ਪਾਈਆਂ, ਉੱਪਰ 2-2 ਕੰਬਲ, ਪਰ ਠੰਡ ਆਖੇ ਮੈਂ 1600 ਫੁੱਟ ਦੀ ਬੁਲੰਦੀ, ਚਾਰੋਂ ਪਾਸੇ ਬਰਫ਼ ਹੀ ਬਰਫ਼। ਸਵੇਰੇ ਸੰਤ ਮਥੁਰਾ ਸਿੰਘ ਜੀ ਅਜੇ ਵੀ ਹਨ ਬਜ਼ੁਰਗ, ਇੱਥੇ ਸੱਤੋ ਵਾਲੀ ਗਲੀ 'ਚ ਬਾਬਾ ਮੇਰ ਸਿੰਘ ਉਹਨਾਂ ਦੇ ਡੇਰੇ 'ਚ ਕਾਫੀ ਦਿਨ ਰਹੇ ਨੇ, ਚਲੇ ਗਏ ਨੇ। ਉਹ ਮੇਰੇ ਤੰਬੂ 'ਚ ਆਏ, ਕਹਿੰਦੇ ਕਿ ਗਿਆਨੀ ਜੀ ਜਾਗੇ। ਮੈਂ ਕਿਹਾ ਸੁੱਤੇ ਹੀ ਕਦੋਂ, ਜਾਗ ਕੇ ਤੇ ਸਾਰੀ ਰਾਤ ਕੱਟੀ। ਇੰਨਾ ਠੰਡ, ਮੈਨੂੰ ਨੀਂਦ ਨਹੀਂ ਆਈ। ਇੰਨੀ ਠੰਡ, ਭਿਅੰਕਰ ਠੰਡ। ਉਹਨਾਂ ਨੇ ਆਪਣਾ ਹੱਥ ਸਿਰ ਤੇ ਮਾਰੇ, ਕਹਿੰਦੇ ਦੱਸਿਆ ਕਿਉਂ ਨਹੀਂ? ਮੈਂ ਕਿਹਾ ਹੁਣ ਮੈਨੂੰ ਤੇ ਨੀਂਦ ਆ ਨਹੀਂ ਰਹੀ ਤੇ ਮੈਂ ਬਾਕੀਆਂ ਦੀ ਨੀਂਦ ਕਿਉਂ ਖਰਾਬ ਕਰਾਂ। ਬੈਠ ਕੇ ਕੱਟੀ ਹੈ ਰਾਤ। ਸੌਂਦਾ ਸੀ, ਠੰਡ ਲੱਗਦੀ ਸੀ, ਬੈਠਦਾ ਸੀ, ਠੰਡ ਲੱਗਦੀ ਸੀ, ਬਾਹਰ ਨਿਕਲਣ ਦੀ ਹਿੰਮਤ ਨਹੀਂ ਸੀ। ਤੇ ਲਹਿਰ, ਔਰ ਸਵੇਰੇ ਸਵੇਰੇ ਠੰਡ ਕਰਕੇ ਹੱਥ ਵੀ ਨਾ ਖੁੱਲਣ, ਉਂਗਲੀਆਂ ਹੀ ਨਹੀਂ ਖੁੱਲਦੀਆਂ ਸਨ। ਹਾਲਾਤ ਇਹ ਸਨ। ਉਹ ਮੈਨੂੰ ਕਹਿਣ ਲੱਗੇ 1 ਘੰਟਾ ਠਹਿਰ ਜਾਓ, ਜ਼ਰਾ ਥੋੜਾ ਸੂਰਜ ਨਿਕਲੇ, ਮੈਂ ਤੁਹਾਡੀ ਸਮੱਸਿਆ ਹੱਲ ਕਰ ਦੇਵਾਂ। ਥੋੜਾ ਜਿਹਾ ਚਾਨਣਾ ਹੋਇਆ, ਉੱਪਰੋਂ ਜਿਹੜੇ ਛੋਟੇ ਛੋਟੇ ਝਰਨੇ ਆ ਰਹੇ ਸਨ, ਉਹਦੇ ਕਿਨਾਰੇ ਕਿਨਾਰੇ ਉੱਪਰ ਚੜ੍ਹਨ ਲੱਗੇ। ਬਰਫ਼ ਦਾ ਥੋੜਾ ਜਿਹਾ ਤੋਦਾ ਇੱਕ ਪਾਸੇ ਕੀਤਾ, ਹਰੀ ਜਿਹਾ ਇੱਕ ਬੂਟੀ ਲੈ ਕੇ ਆ ਗਏ, ਸਿਰਫ ਇੱਕ ਪੱਤਾ। ਮੈਨੂੰ ਕਹਿਣ ਲੱਗੇ ਖਾ ਜਾਓ ਸੰਤ ਮਥੁਰਾ ਸਿੰਘ ਜੀ, ਨਿਰਮਲੇ, ਇਹ ਖਾ ਲਓ। ਮੈਂ ਖਾ ਲਿਆ। 5 ਮਿੰਟ ਬਾਅਦ ਮੈਨੂੰ ਪਸੀਨਾ ਆਉਣ ਲੱਗਾ ਤੇ ਮੈਨੂੰ ਕਹਿਣ ਲੱਗੇ ਨਿਰਾ ਪਸੀਨਾ ਹੀ ਨਹੀਂ, 3 ਦਿਨ ਭੁੱਖ ਵੀ ਨਹੀਂ ਲੱਗੇਗੀ, ਆਰਾਮ ਨਾਲ ਜਾਓ ਤੇ ਆਓ। ਇੰਨੀ ਗਰਮ ਹੋ ਚੀਜ਼। ਮੈਂ ਕਿਹਾ ਹੈਗੀ ਤੇ ਹੁਣ ਮੇਰੇ ਕੋਲ ਸੀ, ਸਾਰੀ ਰਾਤ ਮੈਂ ਔਖਾ ਰਿਹਾ, ਹੁਣ ਕਰਾਂ ਕੀ? ਗਿਆਨ ਨਹੀਂ ਸੀ ਵੀ ਇਹ ਬੂਟੀ ਵੀ ਆਉਂਦੀ ਹੈ। ਜੈਸੇ ਬਿਨ ਵੈਦ ਔਖਦ ਗੁਣ ਗੋਪ ਹੋਤ। ਭਾਵੇਂ ਔਸ਼ਧੀ 'ਚ ਕਿਤਨੇ ਗੁਣ ਕਿਉਂ ਨਾ ਹੋਣ, ਜੜੀ ਬੂਟੀ ਵੈਦ ਨਹੀਂ ਹੈ, ਸਿਆਣਾ ਨਹੀਂ ਹੈ। ਔਸ਼ਧੀ ਦੇ ਗੁਣ ਔਸ਼ਧੀ 'ਚ ਹੀ ਰਹਿ ਜਾਂਦੇ ਨੇ, ਪਰ ਵੈਦ ਤੇ ਹੈ। ਮਰੀਜ਼ ਉਸਦੇ ਕੋਲ ਆਇਆ, ਵੈਦ ਤੇ ਹੈ, ਪਰ ਉਸਦੇ ਕੋਲ ਔਸ਼ਧੀ ਨਹੀਂ ਹੈ, ਜੜੀ ਬੂਟੀ ਨਹੀਂ ਹੈ। ਹੁਣ ਕਿਵੇਂ ਦੂਰ ਕਰੇ ਉਸਦਾ ਰੋਗ? ਬੂਟੀ ਦੇ ਗੁਣ ਉਦੋਂ ਪ੍ਰਗਟ ਹੁੰਦੇ ਨੇ ਜਦ ਵੈਦ ਹੋਵੇ, ਵੈਦ ਦੀ ਕਲਾ ਉਦੋਂ ਪ੍ਰਗਟ ਹੁੰਦੀ ਹੈ ਜਦ ਜੜੀ ਬੂਟੀ ਹੋਵੇ, ਤੇ ਦੋਵੇਂ ਮਿਲ ਕਾਰਜ ਉਪਜ। ਤੀਸਰਾ ਉਦਾਹਰਣ ਦਿੱਤਾ ਹੈ ਭਾਈ ਸਾਹਿਬ ਨੇ, जैसे बिन बोहत खेवट से ना पार परे, बिन खेवट बोहत कत बिसास है। दरिया तो पार होना है, उत्थे बेड़ी ते पई है दरिया दे कंढे, खेवट कोई नहीं, मलाह कोई नहीं। मलाह ते है, बेड़ी कोई नहीं, तो कल्ला मलाह किवें पार करे? बेड़ी ते है, मलाह नहीं है,
तो हुणे कली बेड़ी किस तरह पार करे मुसाफिरां नूं? मलाह ही नहीं है। मलाह नूं बेड़ी चाहिदी है, खेवट नूं बेड़ी चाहिदी है, बेड़ी नूं खेवड़ चाहिदा है, तां कारज दी सिद्धि होंदी है, तां मुसाफिर पार होंदा है। ਇੱਕ ਵਸਤੂ ਨੂੰ ਆਪਣੇ ਗੁਣ ਤੇ ਕਲਾ ਪ੍ਰਗਟ ਕਰਨ ਲਈ ਦੂਜੇ ਦੇ ਸਹਾਰੇ ਦੀ ਲੋੜ ਹੈ। ਔਰ ਜੋ ਚੀਜ਼ ਕਿਸੇ ਦਾ ਸਹਾਰਾ ਬਣਦੀ ਹੈ ਉਹਨੂੰ ਖੁਦ ਵੀ ਉਸ ਦਾ ਸਹਾਰਾ ਚਾਹੀਦਾ ਹੈ। ਇੰਜ ਗੁਰਬਾਣੀ ਕਹਿ ਰਹੀ ਹੈ, ਇੱਕ ਦੂਜੇ ਦੇ ਸਹਾਰੇ ਨਾਲ ਇਹ ਸਾਰੀ ਖੇਡ ਬਣਦੀ ਹੈ। ਇਸ ਵਾਸਤੇ ਗੁਰਬਾਣੀ ਦੀ ਬਾਰੀਕ ਦ੍ਰਿਸ਼ਟੀ ਕਹਿੰਦੀ ਹੈ, ਨਾ ਕੋਈ ਛੋਟਾ ਹੈ ਨਾ ਕੋਈ ਵੱਡਾ ਹੈ, ਸਭ ਇੱਕ ਦੂਸਰੇ ਦੇ ਆਸ਼ਰਿਤ ਨੇ। ਇਹਨੂੰ ਚਾਣਕ ਰਿਸ਼ੀ ਇੰਜ ਕਿਹਾ ਕਰਦਾ ਸੀ ਕਿ ਚੌਬਾਰੇ ਦੀ ਉੱਪਰ ਦੀ ਇੱਟ ਅਗਰ ਇਹ ਮਜ਼ਾਕ ਕਰੇ ਜੋ ਬੁਨਿਆਦ ਦੀ ਇੱਟ ਹੈ ਵੀ ਤੂੰ ਬਿਲਕੁਲ ਥੱਲੇ ਦੇਖ, ਆਪਾਂ ਆਸਮਾਨ ਤੇ शिखर ते तो बुनियाद दी इट भी कह सकती है, जे मैं बुनियाद च ना होवां तेरा शिखर ते होना होने गया, मेरे आसरे ते तू खड़ी है, तेरी महानता है। यकीन जानो जगत दे महान तो महान समर्थ तो समर्थ मनुख भी अपनी कला गुण प्रगट करने वास्ते उन्होंने दूजे का सहारा चाहिए, उंज नहीं होता। और जो किसी का सहारा चाहिए उन्होंने भी सहारा चाहिए। एक दूजे के सहारे नाल, एक दूजे के आसरे नाल ये सारा ब्रह्मंड चलता है। हुण मूल गल मनुख इस संसार दे अशरफुल मखलूकात है, सब तो वड्डा है। तो नीति ये कहती है सहारा लब अपने तो वड्डे दा, अपने तो छोटे दा नहीं। अपने तो छोटे दा सहारा लभेगा, उस नाल तेरा मकसद नहीं हल होगा। कहते ने छोटे साधना दे नाल वड्डे कम नहीं होंदे। कवि रहीम कहते ने नगारा मड़िया जांदा चमड़े नाल, पर 100 चूहियां दी कल भी खल कट्ठी करिए तां भी नहीं मड़िया जा सकता, उठदी खल चाहिए, चूहियां दी खल दे नाल नहीं। मड़िया ते जांदा चमड़े नाल, पर 100 चूहे उन्हां दी खल कट्ठी करिए तां भी नहीं मड़िया जाएगा, एक उठ दी खल नाल मड़िया जाए। नगारा वड्डा कम साधन वड्डे चाहिए, वड्डा कम सहारे वड्डे चाहिए ने। ऐ मनुख तू अशरफुल मखलूकात है, रूहे जमीन तो सब तो वड्डा है, इस धरती में तेरी सिकदारी। बहादुर शाह जफर भी कहता है बनाया ऐ जफर खालिक ने कब इंसान से बढ़कर, मलिक को देव को जिन को परी को हूरे गिलमा को। मनुख की बराबरी कोई भी नहीं कर सकता, अशरफुल मखलूकात है, इस धरती में तेरी सिकदारी। पर फिर भी मनुख नूं आसरा ते चाहिए, सहारा ते चाहिए। भाई साहब भाई गुरदास जी कहते ने अक्सर ये गलत ते छोटे सहारे लभ लैंदा है कि जिहड़े वड्डे काम ने वो धरे दे धरे रह जांदे ने, बिगड़ जांदे ने, नहीं सिरे चढ़दे। इहदे उत्ते जिहड़ा उन्हां ने उदाहरण दिता है वो ध्यान नाल सुनना। गिरत आकाश ते परत पृथ्वी पर, जो गहे आसरो पवन कमने काज है। बड़ी बुलंदी तो गिर रहा होवे कोई,
ਤੇ ਗਿਰਦਿਆਂ ਗਿਰਦਿਆਂ ਸੋਚੇ ਮੈਂ ਹਵਾ ਨੂੰ ਪਕੜ ਲਵਾਂ ਤੇ ਸ਼ਾਇਦ ਗਿਰਨ ਤੋਂ ਬਚ ਜਾਵਾਂ। ਗਿਰਦੇ ਹੋਏ ਮਨੁੱਖ ਦਾ ਪਵਨ ਆਸਰਾ ਨਹੀਂ ਬਣ ਸਕਦੀ। ਪਵਨ ਕਿਵੇਂ ਆਸਰਾ ਬਣੇਗਾ? ਪਵਨ ਦੇ ਆਸਰੇ ਤੇ ਗਿਰਨ ਤੋਂ ਕਿਵੇਂ ਬਚ ਸਕਦਾ ਹੈ? दूसरा उदाहरण, जरत बैसंतर में धाए धाए ध्रुम गए, निकस्यो न जाए खल बुद्ध उपराज है। अथाह सागर दियां लहरां दे अथाह ज्वालामुखी पांबड़ बलदी अग दे च गिर जाए। जरत बैसंतर में धाए धाए ध्रुम गए, निकस्यो न जाए खल बुझ उपराज है। ਤੇ ਫਿਰ ਧੂਏ ਨੂੰ ਪਕੜ ਕੇ ਬਾਲ ਨਿਕਲਣ ਦੀ ਕੋਸ਼ਿਸ਼ ਕਰੇ। ਜਲਦੇ ਹੋਏ ਮਨੁੱਖ ਦਾ ਧੂਆਂ ਆਸਰਾ ਨਹੀਂ ਬਣ ਸਕਦਾ। ਗਿਰਦੇ ਹੋਏ ਮਨੁੱਖ ਦਾ ਪਵਨ ਆਸਰਾ ਨਹੀਂ ਬਣ ਸਕਦੀ। ਗਿਰਤ ਆਕਾਸ਼ ਤੇ परत पृथ्वी पर जो गहे आसरो पवन कवने काज है। जरत बैसंतर में धाए धाए तुमर गए, निकस्यो ना जाए खल बुद्ध उपराज है। सागर अपार धार बूढ़त जो फेन गए, अन्यथा विचार पार जैबे को ना साज है। अथाह सागर दियां लहरां दे डुब रहे होवे, गोते खा रहे होवे ਤੇ ਬਚਣ ਦਾ ਸਾਧਨ ਲੱਭੇ, ਸ਼ਾਇਦ ਮੈਂ ਸਮੁੰਦਰ ਦੀ ਝੱਗ ਨੂੰ ਪਕੜ ਕੇ ਪਾਰ ਹੋ ਜਾਵਾਂ। ਝੱਗ ਨੂੰ ਪਕੜੇ, ਸਾਗਰ ਦੇ ਚ ਲਹਿਰਾਂ ਟਕਰਾਉਂਦੀਆਂ ਨੇ, ਝੱਗ ਬਣਦੀ ਹੈ, ਤੇ ਝੱਗ ਨੂੰ ਪਕੜ ਕੇ ਤੇ ਸਾਗਰ ਤੋਂ ਪਾਰ ਹੋਣ ਦੀ ਕੋਸ਼ਿਸ਼ ਕਰੇ। ਡੁੱਬਦੇ ਹੋਏ ਮਨੁੱਖ ਦਾ ਝੱਗ ਆਸਰਾ ਨਹੀਂ ਬਣ ਸਕਦੀ। ਜਲਦੇ ਹੋਏ ਮਨੁੱਖ ਦਾ ਧੂਆਂ ਆਸਰਾ ਨਹੀਂ ਬਣ ਸਕਦਾ। ਗਿਰਦੇ ਹੋਏ ਮਨੁੱਖ ਦਾ ਪਵਨ ਆਸਰਾ ਨਹੀਂ ਬਣ ਸਕਦੀ। ਤੈਸੇ ਗੁਰਦੇਵ ਛਾੜ ਆਨ ਦੇਵ ਸੇਵ ਗਏ, ਪਾਵੇ ਨਾ ਸ਼ਾਂਤ ਨਾ ਮੋਖ ਪਦ ਰਾਜ ਹੈ। ਤਿਵੇਂ ਇੱਕ ਪਰਮਾਤਮਾ ਤੇ ਗੁਰੂ ਨੂੰ ਛੱਡ ਕੇ ਮਨੁੱਖ ਆਪਣੇ ਜੀਵਨ ਦੇ ਕੁਝ ਹੋਰ ਸਹਾਰੇ ਲੱਭਦਾ ਹੈ, ਆਸਰੇ ਲੱਭਦਾ ਹੈ। ਉਹ ਇਸ ਤਰ੍ਹਾਂ ਹੈ ਜਿਵੇਂ ਗਿਰਦਾ ਹੋਇਆ ਪਵਨ ਦਾ ਆਸਰਾ ਪਕੜੇ, ਜਿਵੇਂ ਜਲਦਾ ਹੋਇਆ ਧੂਏ ਦਾ ਆਸਰਾ ਪਕੜੇ, ਜਿਵੇਂ ਡੁੱਬਦਾ ਹੋਇਆ ਜਗ ਦਾ ਆਸਰਾ ਪਕੜੇ। ਸਭ ਵਿਅਰਥ। ਇਹ ਗਿਰਨ ਤੋਂ, ਇਹ ਡੁੱਬਣ ਤੋਂ, ਇਹ ਜਲਣ ਤੋਂ ਨਹੀਂ ਬਚ ਸਕਦਾ। ਔਰ ਉਹ ਧਨ ਨੇ ਜੋ ਧਨ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਪਕੜਨ, ਪ੍ਰਭੂ ਦਾ ਆਸਰਾ ਪਕੜਨ, ਦੁਨੀਆ ਦੀ ਕੋਈ ਸ਼ਕਤੀ ਉਹਨਾਂ ਨੂੰ ਡੁੱਬ ਨਹੀਂ ਸਕਦੀ, ਜਲਾ ਨਹੀਂ ਸਕਦੀ, ਗਿਰਾ ਨਹੀਂ ਸਕਦੀ। ਸਾਹਿਬ ਰਹਿਮਤ ਕਰਨ, ਸਾਰਿਆਂ ਦਾ ਆਸਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣੇ ਰਹਿਣ। ਪ੍ਰਭੂ ਦੀ ਟੇਕ ਅੰਦਰ ਬਣੀ ਰਹੀਏ। ਆਸਾ ਕਰੀਏ ਰਾਮ ਕੀ, अवरे आस निराश। इतने शब्द जो है प्रवान करने, देर काफ़ी हो गई है तो मैं भी एक जगह पहले हाजिरी भर के इत्थे पहुँचे हाँ। तुसी बड़े टिकाव नाल, एकाग्रता नाल सारिਆਂ ਨੂੰ ਸਰਵਨ ਕੀਤਾ। सतगुर रहमत करन, बख्शिश करन, ਤੁਹਾਡੇ ਹਿਰਦੇ 'ਚ ਵਸੇ। भुल चुक दी क्षमा, दास दी फतेह प्रवान करने। वाहिगुरू जी का खालसा, वाहिगुरू जी की फतेह।